ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਪੰਜਾਬ ਜੀਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ ਗੁਰੂ ਪੀਰੀਅਡ ਦੇ ਵਿੱਚੋਂ 4 ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਪਹਿਲੇ 4 ਗੁਰੂ ਸਾਹਿਬਾਨ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮਾਡਰਨ ਹਿਸਟਰੀ, ਪੰਜਾਬ ਜੀਕੇ, ਮੀਡੀਵਲ ਹਿਸਟਰੀ, ਜੋਗਰਾਫੀ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਜਾਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਟੌਪਿਕ ਹੈ, ਇਸ ਟੌਪਿਕ ਦੇ ਵਿੱਚ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ, ਜੋ ਕਿ ਆਪਣੇ ਪੰਜਵੇਂ ਗੁਰੂ ਨੇ, ਇਹਨਾਂ ਬਾਰੇ ਆਪਾਂ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਤਾਂ ਸਲਾਈਡਸ ਦੇ ਵਿੱਚ ਆਪਾਂ ਕਿਸੇ ਵੀ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਸਲਾਈਡ ਨੂੰ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਵੀਡੀਓ ਨੂੰ ਐਂਡ ਤੱਕ ਦੇਖੋ, ਕਿਉਂਕਿ ਐਂਡ ਦੇ ਉੱਤੇ ਆਪਾਂ MCQ ਕਵਰ ਕਰਦੇ ਹਾਂ, ਜਿਹਦੇ ਵਿੱਚ ਆਪਾਂ ਹਰ ਇੱਕ ਟੌਪਿਕ ਪੂਰੇ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਅੱਜ ਦੇ ਪਹਿਲੇ ਪੁਆਇੰਟ ਤੋਂ, ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ। ਸਭ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੇ ਜਨਮ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਾ ਜਨਮ ਕਦੋਂ ਹੋਇਆ। ਠੀਕ ਹੈ ਜੀ। ਕਿਉਂਕਿ ਜਿਹੜੇ ਪਹਿਲਾਂ ਪੰਜਾਬ ਜੀਕੇ ਦੇ ਕੁਐਸਚਨ ਆਉਂਦੇ ਸੀ, ਉਹਨਾਂ ਦੇ ਵਿੱਚ ਜਨਮ ਮਤਲਬ ਪੁੱਛਿਆ ਤਾਂ ਜਾਂਦਾ ਸੀ, ਬਹੁਤ ਘੱਟ ਪੁੱਛਿਆ ਜਾਂਦਾ ਸੀ, ਬਹੁਤ ਰੇਅਰ ਚਾਂਸ ਹੁੰਦੇ ਸੀ। ਬਟ ਹੁਣ ਤੁਹਾਨੂੰ ਤੁਹਾਡੇ 2 ਪੇਪਰ ਹੋਣ ਲੱਗ ਗਏ। ਇੱਕ ਤੁਹਾਡਾ ਜਿਹੜਾ ਕੁਆਲੀਫਾਈਂਗ ਨੇਚਰ ਹੈ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਉਹ ਤੋਂ ਬਿਨਾਂ ਤੁਹਾਡਾ ਜਿਹੜਾ ਮੇਨ ਪੇਪਰ ਹੈ ਉਹ ਵਿਅਰਥ ਹੈ। ਠੀਕ ਹੈ ਜੀ। ਤਾਂ ਜੇ ਤੁਸੀਂ ਪਹਿਲਾ ਪੇਪਰ ਕੁਆਲੀਫਾਈ ਕਰੋਗੇ ਤਾਂ ਤੁਸੀਂ ਜਿਹੜਾ ਤੁਹਾਡਾ ਮੇਨ ਪੇਪਰ ਹੈ ਉਹਦੇ ਵਿੱਚ ਬੈਠੋਗੇ। ਠੀਕ ਹੈ ਜੀ। ਤਾਂ ਪਹਿਲੇ ਪੇਪਰ ਦੇ ਵਿੱਚ ਤੁਹਾਨੂੰ ਗੁਰੂ ਪੀਰੀਅਡ ਦੇ ਵਿੱਚੋਂ ਪੂਰੇ ਡਿਟੇਲ ਦੇ ਵਿੱਚ ਆਉਣਾ ਹੈ। ਠੀਕ ਹੈ ਜੀ। ਤਾਂ ਉਹਦੇ ਲਈ ਵੀ ਇਹ ਜ਼ਰੂਰੀ ਹੈ। ਅਤੇ ਬਾਕੀ ਵੀ ਜਿਹੜਾ ਤੁਹਾਡਾ ਮੇਨ ਪੇਪਰ ਹੈ ਉਹਦੇ ਵਿੱਚ ਵੀ ਪੂਰੇ ਡਿਟੇਲ ਦੇ ਵਿੱਚ ਪੁੱਛਣ ਲੱਗ ਗਏ ਹੁਣ ਕੁਐਸਚਨ। ਠੀਕ ਹੈ। ਤੁਹਾਨੂੰ ਹਰ ਇੱਕ ਜਿਹੜਾ ਪੱਖ ਹੈ ਆਪਣੇ ਗੁਰੂ ਸਾਹਿਬਾਨ ਬਾਰੇ, ਜਿਹੜੇ ਆਪਣੇ 10 ਗੁਰੂ ਸਾਹਿਬਾਨ ਨੇ, ਗੁਰੂ ਪੀਰੀਅਡ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਟ ਹੋਣਾ ਹੀ ਹੋਣਾ। ਠੀਕ ਹੈ ਜੀ। ਤਾਂ ਜਿਹੜਾ ਇਹਨਾਂ ਦਾ ਜਨਮ ਹੋਇਆ ਉਹ ਹੋਇਆ 15 ਅਪ੍ਰੈਲ 1563 ਈਸਵੀ ਨੂੰ। ਠੀਕ ਹੈ ਜੀ। ਕਿੱਥੇ ਹੋਇਆ? ਗੋਇੰਦਵਾਲ ਸਾਹਿਬ ਵਿਖੇ। ਗੋਇੰਦਵਾਲ ਸਾਹਿਬ ਕਿੱਥੇ ਹੈ? ਤਰਨ ਤਾਰਨ ਦੇ ਵਿੱਚ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ। ਠੀਕ ਹੈ ਜੀ। ਤਾਂ ਜੇਕਰ ਤੁਸੀਂ ਪੰਜਾਬ ਜੀਕੇ ਨੂੰ ਜ਼ਿਲ੍ਹੇ ਵਾਈਜ਼ ਕਵਰ ਕਰਨਾ ਚਾਹੁੰਦੇ ਹੋ ਤਾਂ ਉਹ ਵੀਡੀਓ ਵੀ ਆਪਣੀਆਂ ਮਤਲਬ ਉੱਥੇ ਅਪਲੋਡਡ ਨੇ ਆਪਣੇ ਚੈਨਲ ਦੇ ਉੱਤੇ, ਉਹ ਤੁਸੀਂ ਜਾ ਕੇ ਲਗਾ ਸਕਦੇ ਹੋ, ਜਿਹਦੇ ਵਿੱਚ ਆਪਾਂ ਇੱਕ ਇੱਕ ਡਿਸਟ੍ਰਿਕਟ ਆਪਣਾ ਕਵਰ ਕੀਤਾ। ਅਤੇ ਰੈਂਡਮ MCQ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਆਪਣੇ ਚੈਨਲ 'ਤੇ ਪਈਆਂ ਨੇ, ਉਹ ਵੀ ਤੁਸੀਂ ਜਾ ਕੇ ਜ਼ਰੂਰ ਲਗਾਇਓ, ਜਿਹੜੀਆਂ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਆਉਣ ਵਾਲੇ ਪੇਪਰਾਂ ਦੇ ਵਿੱਚ। ਤਾਂ ਇਹਨਾਂ ਦਾ ਜਨਮ ਹੋਇਆ ਸੀ 15 ਅਪ੍ਰੈਲ 1563 ਗੋਇੰਦਵਾਲ ਸਾਹਿਬ ਤਰਨ ਤਾਰਨ ਦੇ ਵਿੱਚ। ਤਾਂ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ? ਪਿਤਾ ਸੀਗੇ ਇਹਨਾਂ ਦੇ ਸ਼੍ਰੀ ਗੁਰੂ ਰਾਮਦਾਸ ਜੀ, ਜਿਹੜੇ ਕਿ ਆਪਣੇ ਚੌਥੇ ਗੁਰੂ ਨੇ, ਜਿਨ੍ਹਾਂ ਬਾਰੇ ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ। ਅਤੇ ਮਾਤਾ ਦਾ ਨਾਮ ਸੀ ਬੀਬੀ ਭਾਨੀ ਜੀ। ਠੀਕ ਹੈ ਜੀ। ਤਾਂ ਪਿਤਾ ਦਾ ਨਾਮ ਸੀ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਕਿ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਹੈ। ਠੀਕ ਹੈ। ਅਤੇ ਮਾਤਾ ਦਾ ਨਾਮ ਸੀ ਬੀਬੀ ਭਾਨੀ ਜੀ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਸਪਾਊਸ, ਇਹਨਾਂ ਦੇ ਧਰਮ ਪਤਨੀ, ਉਹਨਾਂ ਦਾ ਨਾਮ ਸੀ ਮਾਤਾ ਗੰਗਾ ਜੀ। ਠੀਕ ਹੈ ਜੀ। ਇੱਥੋਂ ਵੀ ਤੁਹਾਨੂੰ ਕਈ ਵਾਰੀ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਹਰ ਇੱਕ ਫੈਕਟ ਹੈ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ 10 ਗੁਰੂ ਸਾਹਿਬਾਨ ਬਾਰੇ। ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ ਆਪਣੇ ਲਈ। ਤਾਂ ਜਿਹੜੇ ਇਹਨਾਂ ਦੇ ਪੁੱਤਰ ਸੀਗੇ ਉਹਨਾਂ ਦਾ ਨਾਮ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ, ਜਿਹੜੇ ਕਿ ਆਪਣੇ 6ਵੇਂ ਗੁਰੂ ਸਾਹਿਬਾਨ ਨੇ, ਜਿਨ੍ਹਾਂ ਬਾਰੇ ਅੱਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ ਡਿਟੇਲ ਦੇ ਵਿੱਚ। ਠੀਕ ਹੈ ਜੀ। ਤਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਕਿਹਨਾਂ ਦੇ ਪੁੱਤਰ ਸੀ? ਗੁਰੂ ਅਰਜਨ ਦੇਵ ਜੀ ਦੇ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਜੋਤੀ ਜੋਤ। ਠੀਕ ਹੈ ਜੀ। ਤਾਂ ਇਹ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਦੋਂ ਜੋਤੀ ਜੋਤ ਸਮਾਈ ਸੀ? 30 ਮਈ 1606 ਈਸਵੀ ਨੂੰ। ਠੀਕ ਹੈ ਜੀ। ਤਾਂ ਇਹਨਾਂ ਨੂੰ ਆਪਾਂ ਜਾਣਦੇ ਹੀ ਹਾਂ, ਇਹਨਾਂ ਦੀ ਸ਼ਹੀਦੀ ਬਾਰੇ। ਬਹੁਤ ਲਾਸਾਨੀ ਸ਼ਹੀਦੀ ਇਹਨਾਂ ਦੀ। ਠੀਕ ਹੈ ਜੀ। ਇਹਨਾਂ ਨੂੰ ਬਹੁਤ ਮਤਲਬ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ। ਠੀਕ ਹੈ ਜੀ। ਕਿੱਥੇ? ਲਾਹੌਰ ਦੇ ਵਿੱਚ। ਠੀਕ ਹੈ ਜੀ। ਇਹਨਾਂ ਨੂੰ ਤੱਤੀ ਤਵੀ 'ਤੇ ਬਿਠਾ ਕੇ ਇਹਨਾਂ ਦੇ ਸਿਰ ਦੇ ਉੱਪਰ ਤੱਤੀ ਰੇਤ ਪਾਈ ਗਈ। ਠੀਕ ਹੈ। 30 ਮਈ ਦੇਖ ਲਓ ਤੁਸੀਂ, ਮਈ ਦੇ ਵਿੱਚ ਦੇਖੋ ਮਤਲਬ ਕਿੰਨੀ ਗਰਮੀ ਹੁੰਦੀ ਹੈ। ਠੀਕ ਹੈ। ਤਾਂ ਉਹ ਗਰਮੀ ਦੇ ਵਿੱਚ, ਤਪਦੀ ਗਰਮੀ ਦੇ ਵਿੱਚ ਜਹਾਂਗੀਰ ਨੇ ਤੱਤੀ ਤਵੀ 'ਤੇ ਬਿਠਾ ਕੇ ਇਹਨਾਂ ਦੇ ਸਿਰ ਦੇ ਉੱਪਰ ਰੇਤ ਪਾਈ, ਬਹੁਤ ਤਸੀਹੇ ਦੇ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ ਜੀ। ਤਾਂ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤਾਂ ਬਹੁਤ ਲਾਸਾਨੀ ਸ਼ਹੀਦੀ ਇਹਨਾਂ ਦੀ, ਸ਼ਹੀਦਾਂ ਦੇ ਸਰਤਾਜ ਵੀ ਇਹਨਾਂ ਨੂੰ ਕਿਹਾ ਜਾਂਦਾ ਇਸ ਕਰਕੇ, ਕਿਉਂਕਿ ਠੀਕ ਹੈ ਜੀ ਸਿੱਖ ਧਰਮ ਦੇ ਲਈ ਇਹਨਾਂ ਨੇ ਮਤਲਬ ਬਹੁਤ ਆਪਣੇ ਆਪ ਨੂੰ ਤਸੀਹੇ ਦੇ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤਾਂ ਇਹ ਜਿਹੜਾ ਪੁਆਇੰਟ ਹੈ ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਜਿੰਨੇ ਵੀ ਪੁਆਇੰਟ ਨੇ, ਇੱਕ ਇੱਕ ਪੁਆਇੰਟ ਤੁਸੀਂ ਪੂਰੇ ਤਰੀਕੇ ਨਾਲ ਇਹਨੂੰ ਡਿਟੇਲ ਦੇ ਨਾਲ ਯਾਦ ਕਰਨਾ ਹੈ। ਠੀਕ ਹੈ। ਨੋਟ ਕਰ ਲਓ, ਕਾਪੀ ਪੈਨ ਚੱਕ ਲਓ। ਠੀਕ ਹੈ ਜੀ। ਇਹਨਾਂ ਨੂੰ ਇੱਕ ਇੱਕ ਪੁਆਇੰਟ ਨੂੰ ਤੁਸੀਂ ਨੋਟ ਕਰ ਲਿਓ,
क्योंकि ये क्वेश्चन तुहानूं अपने 5वें गुरु साहिबान बारे पुछया जाना 100%। ठीक है जी, तो ये क्वेश्चन तुहानूं आउणा ही आउणा क्योंकि इन्होंने बहुत काम कीते ने। ठीक है जी, वैसे तो अपने सारे गुरु साहिबान ने ही बहुत काम कीते ने, बट इन्हां बारे ज़्यादातर पुछया जाता है। ठीक है जी, बहुत तुहानूं संभावना इत्थों क्वेश्चन बनने की। अगला जिहड़ा तुहाडा क्वेश्चन बनता हुंदा वो बनता हुंदा समकाली शासक। ये तुहानूं हर एक गुरु साहिबान बारे पता होना चाहिए कि किहड़े गुरु साहिबान दे समय किहड़ा शासक सीगा मुगल बादशाह। ठीक है जी, क्योंकि पैरलल ये चल रहे सीगे। तो इन्हां दा समकाली शासक दो सीगे, अकबर ते जहांगीर। ठीक है जी, अकबर का मतलब पतन हो गया सी, अकबर का जिहड़ा शासन काल सी वो खत्म हो गया सी। इस तो बाद जहांगीर गद्दी ते बैठ गया सी। ये दोनों का शासन काल इन्होंने देखा श्री गुरु अर्जन देव जी ने। ठीक है जी, तो जहांगीर बहुत कट्टड़ सीगा, तुहानूं पता ही है। ठीक है जी, क्योंकि अकबर तो हजे बहुत चंगा बादशाह जिन्होंने मन्निया जाता है, दी ग्रेट अकबर इनू कहा जाता। ग्रेट इनू तां करके कहा जाता क्योंकि इन्हें चंगे काम भी बहुत किए सी। जिहड़े अकबर सीगा, अकबर ये कट्टड़ नहीं सी, मतलब ये किसी के विरुद्ध नहीं सी, ये सारे धर्मां दा ये बंदा आदर करता सी। बट जिहड़ा जहांगीर सी ये बहुत कट्टड़ किस्म का आदमी सीगा जहांगीर। इन्हें देखो तुसीं किन्ने तसीहे दे के अपने 5वें गुरु साहिबान श्री गुरु अर्जन देव जी नूं किन्ने तसीहे दे के इन्हें शहीद करवाया। ठीक है जी, तो ये पॉइंट तुसीं जरूर याद रखना है। अगला जिहड़ा इहदे विच पॉइंट है डिगिंग टू सरोवर। ठीक है जी, 2 सरोवरां दी इन्होंने उसारी करवाई सी। 2 सरोवर इन्होंने पट्टे सीगे, किहड़े किहड़े? अमृतसर, ठीक है जी, एक सीगा संतोखसर। ठीक है, तो अमृतसर ते संतोखसर 2 सरोवरां दी जिहड़ी उसारी है वो किन्हां ने करवाई है? श्री गुरु अर्जन देव जी ने। ये तुहानूं पता होना चाहिए, बहुत इंपॉर्टेंट है। अगला जिहड़ा सब तो इंपॉर्टेंट पॉइंट वो ये है कि कंस्ट्रक्शन ऑफ श्री हरमंदर साहिब। ठीक है जी, आपां जाने आ गोल्डन टैंपल श्री हरमंदर साहिब, तो जिहड़ी इहदी उसारी करवाई गई सी श्री हरमंदर साहिब की, वो भी अपने श्री गुरु अर्जन देव जी ने करवाई है। ठीक है जी, तुहानूं पता होना चाहिए। तो बच्चे कन्फ्यूज़ हो जाते हैं अमृतसर तो श्री हरमंदर साहिब दे विच। अमृतसर शहर की जिहड़ी स्थापना की है वो की अपने चौथे गुरु श्री गुरु रामदास जी ने, बट जिहड़ी हरमंदर साहिब की उसारी करवाई है वो किन्हां ने करवाई है? वो करवाई है अपने 5वें गुरु श्री गुरु अर्जन देव जी ने। ये तुहानूं पता होना चाहिए, बहुत इंपॉर्टेंट पॉइंट है। ठीक है जी, तो यदी उसारी इन्होंने श्री हरमंदर साहिब की 1588 ईस्वी के इन्होंने स्टार्ट करती सी, तो 1601 के जिहड़ी इहदी उसारी है वो कंप्लीट हो गई सी। ठीक है जी, तो करके इन्होंने दसवंध सिस्टम भी चलाया सी। तो मैं तुहानूं पहलां भी ये बारे दस के गया। ठीक है जी, मसंद सिस्टम चलाया सी अपने श्री गुरु रामदास जी ने, बट जिहड़ा दसवंध सिस्टम चलाया सी वो चलाया सी अपने श्री गुरु अर्जन देव जी ने। वो क्यों चलाया सी? उहदे पिछे कारण सी कि दसवंध आपां क्यों दिंदे आ? दसवंध आपां मतलब जदों किते भी कोई कार सेवा किसी धार्मिक सथान की चल रही हुंदी है तो आपां जरूर उत्थे दान दिंदे आ। ठीक है जी, दसवंध कढ़दे आ अपनी कमाई का 10वां हिस्सा। दसवंध का मतलब है 1/10 जिन्हों आपां कह सकते हैं, अपनी कमाई का 10वां हिस्सा आपां दान करते हैं। तो गुरु अर्जन देव जी ने कहा सी कि तुसीं जिन्नी भी तुहाडी कमाई है ਉਹਦਾ 10ਵਾਂ ਹਿੱਸਾ ਤੁਸੀਂ ਗੁਰੂ ਘਰ ਨੂੰ ਦਾਨ ਜ਼ਰੂਰ ਦਿਓ, ਕਿਉਂਕਿ ਹੁਣ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰ ਰਹੇ ਹਾਂ। ਠੀਕ ਹੈ ਜੀ, ਤਾਂ ਕਾਰ ਸੇਵਾ ਚੱਲ ਰਹੀ ਹੈ, ਤਾਂ ਕਰਕੇ ਇਹਨਾਂ ਨੇ ਦਸਵੰਧ ਇਹ ਸਿਸਟਮ ਮਤਲਬ ਚਲਾਇਆ ਸੀ। ਇਹ ਇੱਕ ਤਰੀਕਾ ਹੈ ਤੁਹਾਡੇ ਯਾਦ ਕਰਨ ਦਾ। ਠੀਕ ਹੈ ਜੀ, ਤਾਂ ਦਸਵੰਧ ਸਿਸਟਮ ਇਹਨਾਂ ਨੇ ਚਲਾਇਆ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਤੋਂ ਬਾਅਦ ਜਿਹੜਾ ਮੋਸਟਲੀ ਕੁਐਸਚਨ ਆਪਾਂ ਨੂੰ ਪੁੱਛਿਆ ਜਾਂਦਾ ਉਹ ਇਹ ਪੁੱਛਿਆ ਜਾਂਦਾ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿੰਨਾ ਤੋਂ ਰਖਾਇਆ ਗਿਆ ਸੀ। ਇਹ ਕੁਐਸਚਨ ਇੰਨੀ ਕੁ ਵਾਰ ਰਿਪੀਟ ਹੋਇਆ। ਠੀਕ ਹੈ ਜੀ, ਤੁਸੀਂ ਖੁਦ ਦੇਖਿਆ ਹੋਣਾ ਇਹ ਕੁਐਸਚਨ, ਮਤਲਬ ਬਹੁਤ ਵਾਰੀ ਰਿਪੀਟ ਹੋਇਆ ਹੋਇਆ ਕੁਐਸਚਨ ਹੈ ਇਹ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਹਨਾਂ ਨੇ ਰੱਖਿਆ ਸੀ। ਤਾਂ ਉਹ ਰੱਖਿਆ ਸੀ ਸੂਫੀ ਸੰਤ ਮੀਆਂ ਮੀਰ ਦੁਆਰਾ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਸੂਫੀ ਸੰਤ ਮੀਆਂ ਮੀਰ ਦੁਆਰਾ ਰੱਖਿਆ ਗਿਆ ਸੀ। ਇਹ ਇੱਕ ਮੁਸਲਿਮ ਸੀਗੇ। ਠੀਕ ਹੈ ਜੀ, ਤਾਂ ਮਤਲਬ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਆਪਣੇ ਗੁਰੂ ਸਾਹਿਬਾਨ ਸੀ ਉਹ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਸੀ। ਠੀਕ ਹੈ ਜੀ, ਉਹ ਇਹ ਨਹੀਂ ਕਿ ਉਹ ਮੁਸਲਮਾਨਾਂ ਦੇ ਵਿਰੁੱਧ ਸੀ। ਠੀਕ ਹੈ, ਉਹ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਸੀ। ਤੁਸੀਂ ਇਹ ਦੇਖੋ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਪੱਥਰ ਰਖਾਇਆ ਉਹ ਕਿਹਨਾਂ ਤੋਂ ਰਖਾਇਆ? ਉਹ ਇੱਕ ਮੁਸਲਿਮ ਸੀਗੇ, ਸੂਫੀ ਸੰਤ ਮੀਆਂ ਮੀਰ ਜੀ। ਠੀਕ ਹੈ ਜੀ, ਤਾਂ ਇਹ ਮਤਲਬ ਆਪਣੇ ਗੁਰੂ ਸਾਹਿਬਾਨ ਕੋਈ ਭੇਦਭਾਵ ਨਹੀਂ ਕਰਦੇ ਸੀ, ਤਾਂ ਇਹ ਮੀਆਂ ਮੀਰ ਦੁਆਰਾ ਰਖਾਇਆ ਗਿਆ। ਠੀਕ ਹੈ ਜੀ, ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਇਸ ਤੋਂ ਬਾਅਦ ਡਿੱਗਿੰਗ ਰਾਮਸਰ ਸਰੋਵਰ ਵੇਅਰ ਹੀ ਰੋਟ ਸੁਖਮਨੀ ਸਾਹਿਬ। ਠੀਕ ਹੈ ਜੀ, ਇੱਕ ਇਹਨਾਂ ਦੀ ਰਚਨਾ ਹੈਗੀ ਸੁਖਮਨੀ ਸਾਹਿਬ। ਠੀਕ ਹੈ, ਆਪਾਂ ਸਾਰੇ ਪਾਠ ਵੀ ਕਰਦੇ ਹਾਂ ਸੁਖਮਨੀ ਸਾਹਿਬ ਦਾ। ਠੀਕ ਹੈ ਜੀ, ਤਾਂ ਮਤਲਬ ਸੁਖਮਨੀ ਇਹਦਾ ਨਾਮ ਤਾਂ ਰੱਖਿਆ ਸੁੱਖਾਂ ਦੀ ਮਣੀ। ਠੀਕ ਹੈ ਜੀ, ਮਤਲਬ ਜਦੋਂ ਆਪਣੇ 'ਤੇ ਕੋਈ ਵੀ ਆਪਣੇ 'ਤੇ ਕੋਈ ਦੁੱਖ ਆਉਂਦਾ ਜਾਂ ਕੋਈ ਤਕਲੀਫ ਆਉਂਦੀ ਹੈ ਜਾਂ ਆਪਾਂ ਕਿਸੇ ਟੈਨਸ਼ਨ ਦੇ ਵਿੱਚ ਹੁੰਦੇ ਹਾਂ ਤਾਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ। ਤਾਂ ਉਹ ਜਿਹੜਾ ਸੁਖਮਨੀ ਸਾਹਿਬ ਲਿਖਿਆ ਹੋਇਆ ਮਤਲਬ ਜਿਹੜੀ ਉਹਦੀ ਰਚਨਾ ਕੀਤੀ ਹੈ ਉਹ ਕਿਹਨਾਂ ਨੇ ਕੀਤੀ ਹੈ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਆਪਣੇ 5ਵੇਂ ਗੁਰੂ ਸਾਹਿਬਾਨ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਸੁਖਮਨੀ ਸਾਹਿਬ ਦੀ ਰਚਨਾ ਕਿਹਨਾਂ ਨੇ ਕੀਤੀ ਹੈ? ਗੁਰੂ ਅਰਜਨ ਦੇਵ ਜੀ ਨੇ। ਅਤੇ ਕਿੱਥੇ ਕਈ ਵਾਰੀ ਤੁਹਾਨੂੰ ਜ਼ਿਆਦਾ ਡੀਪਲੀ ਪੁੱਛ ਲੈਂਦੇ ਨੇ। ਠੀਕ ਹੈ ਜੀ, ਜ਼ਿਆਦਾ ਡੀਪਲੀ ਜੇ ਤੁਹਾਨੂੰ ਇਹ ਪੁੱਛਣਗੇ ਕਿ ਜਿਹੜੀ ਸੁਖਮਨੀ ਸਾਹਿਬ ਦੀ ਰਚਨਾ ਤਾਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਬਟ ਉਹ ਕਿੱਥੇ ਬੈਠ ਕੇ ਕੀਤੀ ਹੈ, ਕਿਹੜੇ ਸਰੋਵਰ ਦੇ ਕਿਨਾਰੇ ਬੈਠ ਕੇ ਕੀਤੀ ਹੈ? ਤਾਂ ਉਹ ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕੇ ਕੀਤੀ ਹੈ। ਠੀਕ ਹੈ ਜੀ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ।
ਅਗਲਾ ਜਿਹੜਾ ਪੁਆਇੰਟ ਹੈ ਉਹ ਇਹ ਹੈ ਕਿ ਸਿਟੀ ਫਾਊਂਡਡ, ਸ਼ਹਿਰ ਦੀ ਸਥਾਪਨਾ ਇਹਨਾਂ ਨੇ ਕੀਤੀ ਹੈ। ਕਿਹੜੇ ਕਿਹੜੇ ਸ਼ਹਿਰ ਦੀ ਸਥਾਪਨਾ? ਸਭ ਤੋਂ ਪਹਿਲਾਂ ਇਹਨਾਂ ਨੇ ਤਰਨ ਤਾਰਨ ਸਾਹਿਬ ਦੀ ਸਥਾਪਨਾ ਕੀਤੀ ਹੈ, ਠੀਕ ਹੈ ਜੀ। ਤਰਨ ਤਾਰਨ ਜਿਹੜਾ ਸ਼ਹਿਰ ਹੈ, ਠੀਕ ਹੈ ਜੀ। ਤਾਂ ਇੱਥੇ ਮੈਂ ਇੱਕ ਪੁਆਇੰਟ ਤੁਹਾਡੇ ਲਈ ਰੱਖਿਆ ਹੋਇਆ, ਵਰਲਡ ਬਿਗੈਸਟ ਸਰੋਵਰ, ਠੀਕ ਹੈ ਜੀ। ਤੁਸੀਂ ਗੂਗਲ ਦੇ ਵਿੱਚ ਵੀ ਸਰਚ ਕਰ ਸਕਦੇ ਹੋ ਕਿ ਸੰਸਾਰ ਦਾ ਸਭ ਤੋਂ ਵੱਡਾ ਸਰੋਵਰ ਕਿੱਥੇ ਹੈ। ਉਹ ਕਿੱਥੇ ਹੈ? ਤਰਨ ਤਾਰਨ ਦੇ ਵਿੱਚ ਹੈ। ਤਰਨ ਤਾਰਨ ਆਪਣਾ ਗੁਰਦੁਆਰਾ ਸਾਹਿਬ ਹੈ, ਠੀਕ ਹੈ। ਉੱਥੇ ਸਰੋਵਰ ਬਣਿਆ ਹੋਇਆ ਹੈ। ਉਹ ਜਿਹੜਾ ਇਹ ਸ਼ਹਿਰ ਕਿਹਨੇ ਵਸਾਇਆ ਹੈਗਾ? ਇਹ ਵਸਾਇਆ ਆਪਣੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਤਾਂ ਉੱਥੇ ਵਰਲਡ ਦਾ ਸਭ ਤੋਂ ਵੱਡਾ ਸਰੋਵਰ ਹੈ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਪੁਆਇੰਟ, ਕਈ ਵਾਰੀ ਕੁਐਸਚਨ ਆ ਜਾਂਦਾ ਹੈ, ਪੁੱਛਿਆ ਵੀ ਗਿਆ ਇਹ ਬਹੁਤ ਵਾਰੀ। ਤਾਂ ਇੱਕ ਇਹਨਾਂ ਨੇ ਹਰਗੋਬਿੰਦਪੁਰ ਸ਼ਹਿਰ ਵਸਾਇਆ ਸੀਗਾ, ਠੀਕ ਹੈ ਜੀ। ਹਰਗੋਬਿੰਦਪੁਰ ਉਹ ਕਿਹਨਾਂ ਦੇ ਨਾਂ 'ਤੇ? ਆਪਣੇ ਬੇਟੇ ਦੇ ਨਾਂ 'ਤੇ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ ਇਹ ਸ਼ਹਿਰ ਦਾ ਨਾਂ ਰੱਖਿਆ ਸੀ ਹਰਗੋਬਿੰਦਪੁਰ। ਇੱਕ ਇਹਨਾਂ ਨੇ ਕਰਤਾਰਪੁਰ ਸ਼ਹਿਰ, ਆਪਾਂ ਨੂੰ ਕਈ ਵਾਰੀ ਪੁੱਛ ਲਿਆ ਜਾਂਦਾ ਅਤੇ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਇੱਕ ਤਾਂ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਜਿਹੜਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ, ਬਟ ਇਹ ਕਰਤਾਰਪੁਰ ਸ਼ਹਿਰ ਕਿੱਥੇ ਹੈਗਾ? ਇਹ ਜਲੰਧਰ ਦੇ ਨੇੜੇ ਹੈ, ਠੀਕ ਹੈ ਜੀ। ਜਲੰਧਰ ਦੇ ਨੇੜੇ ਕਰਤਾਰਪੁਰ ਸ਼ਹਿਰ ਹੈ। ਇਹਦੀ ਸਥਾਪਨਾ ਵੀ ਕਿਹਨਾਂ ਨੇ ਕੀਤੀ ਸੀ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇੱਕ ਇੱਕ ਪੁਆਇੰਟ ਇਹਨਾਂ ਬਾਰੇ ਬਹੁਤ ਇੰਪੋਰਟੈਂਟ ਹੈ ਅਤੇ ਹਰ ਵਾਰ ਪੁੱਛਿਆ ਜਾਂਦਾ ਅਤੇ ਤੁਹਾਨੂੰ ਪੁੱਛਿਆ ਜਾਊਗਾ 100%। ਤੁਸੀਂ ਇਹ ਚੀਜ਼ ਮਤਲਬ ਨੋਟ ਕਰ ਲਓ, ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਪੱਕਾ ਹੀ ਆਉਣਾ ਹੈ, ਠੀਕ ਹੈ ਜੀ। ਤਾਂ ਜਿਹੜੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਹੈ, ਜਿਹੜਾ ਆਪਣਾ ਗੁਰੂ ਗ੍ਰੰਥ ਸਾਹਿਬ ਹੈ, ਠੀਕ ਹੈ ਜੀ। ਆਦਿ ਗ੍ਰੰਥ ਤੋਂ ਤੁਸੀਂ ਕਨਫਿਊਜ਼ ਨਾ ਹੋ ਜਾਓ, ਠੀਕ ਹੈ ਜੀ। ਆਦਿ ਗ੍ਰੰਥ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ, ਆਦਿ ਗ੍ਰੰਥ। ਤਾਂ ਆਦਿ ਗ੍ਰੰਥ ਸਾਹਿਬ ਦਾ ਜਿਹੜਾ ਸੰਕਲਨ ਕੀਤਾ ਹੈ, ਸੰਕਲਨ ਦਾ ਕੀ ਮਤਲਬ ਹੁੰਦਾ ਕਿ ਸਾਰੇ ਗੁਰੂ ਸਾਹਿਬਾਨ, ਜਿਹੜੇ ਆਪਣੇ 4 ਗੁਰੂ ਸਾਹਿਬਾਨ ਹੋਏ ਸੀ, ਉਹਨਾਂ ਦੀ ਬਾਣੀ ਇਕੱਠੀ ਕਰਕੇ, ਕਈ ਸੂਫੀ ਸੰਤਾਂ ਦੀ, ਭਗਤਾਂ ਦੀ ਬਾਣੀ ਇਕੱਠੀ ਕਰਕੇ ਉਹਨਾਂ ਨੇ ਇੱਕ ਗ੍ਰੰਥ ਦੇ ਵਿੱਚ ਪਾਈ। ਉਹਨੂੰ ਸੰਕਲਨ ਕਹਿੰਦੇ ਨੇ। ਮਤਲਬ ਉਹ ਜਗ੍ਹਾ ਜਗ੍ਹਾ ਤੋਂ ਬਾਣੀ ਉਹ ਇਕੱਠੀ ਕਰਕੇ ਲੈ ਕੇ ਆਏ, ਠੀਕ ਹੈ। ਜਿਹੜੀ ਆਪਣੇ ਗੁਰੂ ਸਾਹਿਬਾਨ ਨੇ ਲਿਖੀ ਸੀ ਜਾਂ ਕਿਸੇ ਫੇਮਸ ਸੂਫੀ ਸੰਤ ਜਾਂ ਭਗਤ ਨੇ ਲਿਖੀ ਸੀ, ਤਾਂ ਉਹ ਸਾਰੀ ਬਾਣੀ ਇਕੱਠੀ ਕਰਕੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ। ਤਾਂ ਉਹਨੂੰ ਕੰਪਾਈਲੇਸ਼ਨ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ 1604 ਦੇ ਵਿੱਚ ਇਹਨਾਂ ਨੇ ਕੀਤਾ ਸੀ, ਠੀਕ ਹੈ ਜੀ। ਕਿੱਥੇ ਕੀਤਾ ਸੀ? ਰਾਮਸਰ ਸਰੋਵਰ ਦੇ ਕਿਨਾਰੇ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿੰਨਾ ਡੀਪਲੀ ਹੋ ਸਕੇ ਮੈਂ ਤੁਹਾਨੂੰ ਉਨਾ ਡੀਪਲੀ ਕਰਵਾ ਰਿਹਾ, ਠੀਕ ਹੈ ਜੀ। ਇੰਨਾ ਡੀਪਲੀ ਮਤਲਬ ਵੈਸੇ ਆਉਂਦਾ ਤਾਂ ਨਹੀਂ, ਕਈ ਵਾਰ ਆ ਵੀ ਸਕਦਾ, ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਮਤਲਬ ਆਪਾਂ ਨਕਾਰ ਵੀ ਨਹੀਂ ਸਕਦੇ ਇਹ ਗੱਲ ਨੂੰ। ਕਈ ਵਾਰੀ ਬਾਈ ਚਾਂਸ ਪੁੱਛ ਸਕਦੇ ਆ, ਕਿਉਂਕਿ ਜੇ ਪੇਪਰ ਦਾ ਲੈਵਲ ਉਹਨਾਂ ਨੇ, ਪੇਪਰ ਦੇ ਲੈਵਲ 'ਤੇ ਆਪਾਂ ਦੇਖ ਸਕਦੇ ਹਾਂ, ਠੀਕ ਹੈ। ਕਈ ਵਾਰੀ ਜ਼ਿਆਦਾ ਡੀਪਲੀ ਆ ਤਾਂ ਪੁੱਛ ਵੀ ਸਕਦੇ ਆ ਬਾਈ ਚਾਂਸ, ਠੀਕ ਹੈ। ਕਿਉਂਕਿ ਕਈ ਕੁਐਸਚਨ ਆਪਾਂ ਨੂੰ ਇਹੋ ਜਿਹੇ ਆਉਂਦੇ ਹੁੰਦੇ ਨੇ ਜਿਹੜੇ ਆਪਾਂ ਨੂੰ ਨਹੀਂ ਆਉਂਦੇ ਹੁੰਦੇ, ਉਹ ਇਹੋ ਜਿਹੇ ਕੁਐਸਚਨ ਹੀ ਹੁੰਦੇ ਨੇ ਜਿਹੜੇ ਆਪਾਂ ਪੜ੍ਹੇ ਨਹੀਂ ਹੁੰਦੇ। ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਕਿੱਥੇ ਕੀਤੀ? ਤਾਂ ਰਾਮਸਰ ਸਰੋਵਰ ਦੇ ਕਿਨਾਰੇ 1604 ਈਸਵੀ ਦੇ ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਇਹਨਾਂ ਨੇ, ਠੀਕ ਹੈ ਜੀ। ਤਾਂ ਇੱਕ ਤਾਂ ਆਪਣਾ ਆਦਿ ਗ੍ਰੰਥ ਹੈ। ਆਦਿ ਗ੍ਰੰਥ ਦੇ ਵਿੱਚ ਆਪਣੇ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਠੀਕ ਹੈ ਜੀ। ਪਹਿਲੇ 5 ਗੁਰੂ ਸਾਹਿਬਾਨ ਅਤੇ 9ਵੇਂ ਗੁਰੂ ਸਾਹਿਬਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ, ਠੀਕ ਹੈ ਜੀ। ਤਾਂ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਰਜ ਨਹੀਂ ਹੈਗੀ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਲੱਗ ਗ੍ਰੰਥ ਹੈ, ਉਹਦਾ ਨਾਮ ਹੈ ਦਸਮ ਗ੍ਰੰਥ। ਉਹਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਰਜ ਹੈ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਜਿਹੜਾ ਮੈਂ ਇਹਦੇ ਵਿੱਚ ਪੁਆਇੰਟ ਰੱਖਿਆ, ਮੈਂ ਮਤਲਬ ਬਹੁਤ ਤੁਸੀਂ ਇਹ ਚੀਜ਼ ਦੇਖੋਗੇ ਕਿ ਮੈਂ ਇਹਦੇ ਵਿੱਚ ਬਹੁਤ ਡੀਪਲੀ ਪੁਆਇੰਟ ਰੱਖੇ ਹੋਏ ਨੇ। ਇਹ ਜਿਹੜਾ ਪੁਆਇੰਟ ਹੈ ਇਹ ਬਹੁਤ ਡੀਪ ਪੁਆਇੰਟ ਹੈ। ਇਹ ਕਿਵੇਂ? ਜਦੋਂ ਗੁਰੂ ਅਰਜਨ ਦੇਵ ਜੀ, ਆਪਾਂ ਨੂੰ ਸਭ ਨੂੰ ਪਤਾ ਕਿ ਸੰਕਲਨ ਕਿਹਨਾਂ ਨੇ ਕੀਤਾ ਹੈਗਾ? ਗੁਰੂ ਅਰਜਨ ਦੇਵ ਜੀ ਨੇ। ਉਚਾਰਿਆ ਵੀ ਕਿਹਨਾਂ ਨੇ ਹੈ? ਗੁਰੂ ਅਰਜਨ ਦੇਵ ਜੀ ਨੇ। ਉਚਾਰਨ ਜਿਹੜਾ ਕੀਤਾ ਹੈ ਉਹ ਗੁਰੂ ਅਰਜਨ ਦੇਵ ਜੀ ਨੇ ਕੀਤਾ, ਠੀਕ ਹੈ ਜੀ, ਆਦਿ ਗ੍ਰੰਥ ਦਾ। ਬਟ ਲਿਖਿਆ ਕਿਹਨੇ ਹੈ? ਸਕ੍ਰਿਬ ਕਿਹਨੇ ਕੀਤਾ? ਸਕ੍ਰਿਬ ਵੀ ਕਹਿ ਸਕਦੇ ਹਾਂ, ਠੀਕ ਹੈ। ਰਾਈਟ ਵੀ ਕਹਿ ਸਕਦੇ ਹਾਂ ਕਿ ਰਾਈਟ ਕਿਹਨੇ ਕੀਤਾ? ਉਹ ਕੀਤਾ ਭਾਈ ਗੁਰਦਾਸ ਜੀ ਨੇ। ਤਾਂ ਡਿਕਟੇਟ ਕੌਣ ਕਰ ਰਿਹਾ ਸੀ? ਡਿਕਟੇਟ ਕਰ ਰਹੇ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ, ਮਤਲਬ ਉਹ ਬੋਲ ਰਹੇ ਸੀ, ਬਟ ਲਿਖ ਕੌਣ ਰਿਹਾ ਸੀ? ਭਾਈ ਗੁਰਦਾਸ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਪੁਆਇੰਟ ਹੈ, ਠੀਕ ਹੈ ਜੀ। ਤਾਂ ਇਹ ਬਹੁਤ ਡੀਪ ਪੁਆਇੰਟ ਹੈ। ਇਸ ਤੋਂ ਬਾਅਦ ਜਿਹੜਾ ਜ਼ਿਆਦਾਤਰ ਕੁਐਸਚਨ ਪੁੱਛਿਆ ਜਾਂਦਾ, ਬਹੁਤ ਵਾਰੀ ਪੁੱਛਿਆ ਗਿਆ, ਤੁਸੀਂ ਚੈੱਕ ਕਰ ਲਿਓ ਬੇਸ਼ੱਕ, ਠੀਕ ਹੈ ਜੀ। ਤਾਂ ਜਿਹੜਾ ਪਹਿਲੇ ਗ੍ਰੰਥੀ ਪੁੱਛਿਆ ਜਾਂਦਾ ਸ਼੍ਰੀ ਹਰਿਮੰਦਰ ਸਾਹਿਬ ਦੇ, ਤਾਂ ਉਹ ਸੀਗੇ ਬਾਬਾ ਬੁੱਢਾ ਜੀ, ਠੀਕ ਹੈ ਜੀ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਗਿਆ ਸ਼੍ਰੀ ਹਰਿਮੰਦਰ ਸਾਹਿਬ ਦੇ, ਠੀਕ ਹੈ ਜੀ। ਤਾਂ ਇਹ ਜਿਹੜੇ ਸਾਰੇ ਪੁਆਇੰਟ ਨੇ, ਇਹਨੂੰ ਤੁਸੀਂ ਚੰਗੀ ਤਰ੍ਹਾਂ ਕਾਪੀ ਦੇ ਉੱਤੇ ਨੋਟ ਕਰ ਲਿਓ, ਕਿਉਂਕਿ ਇਹਨਾਂ ਦੇ ਵਿੱਚੋਂ 100% ਕੁਐਸਚਨ ਤੁਹਾਨੂੰ ਪੁੱਛਿਆ ਜਾਊਗਾ ਪੇਪਰ ਦੇ ਵਿੱਚ, ਠੀਕ ਹੈ ਜੀ। ਤੁਸੀਂ ਖੁਦ ਇਹ ਚੀਜ਼ ਦੇਖੋਗੇ। ਤਾਂ ਸਟਾਰਟ ਕਰਦੇ ਹਾਂ ਆਪਣੇ ਕੁਐਸਚਨ। ਮੈਂ ਇਹਦੇ ਵਿੱਚ ਮਤਲਬ ਚੁਣਿੰਦਾ ਜਿਹੜੇ ਕੁਐਸਚਨ ਹੈ ਉਹੀ ਰੱਖੇ ਨੇ ਜਿਹੜੇ ਤੁਹਾਨੂੰ ਆਉਣ ਦੀ ਪੂਰੀ ਸੰਭਾਵਨਾ, ਠੀਕ ਹੈ ਜੀ। ਕੁਐਸਚਨ ਇਹਦੇ ਵਿੱਚੋਂ ਜਿਵੇਂ ਬਣਾਉਣੇ ਹੁੰਦੇ ਤਾਂ ਇਹ 'ਚੋਂ ਮੈਂ ਘੱਟੋ ਘੱਟ 25 ਤੋਂ 30 ਕੁਐਸਚਨ ਇਹਦੇ ਵਿੱਚੋਂ ਮੈਂ ਬਣਾ ਸਕਦਾ ਸੀ, ਠੀਕ ਹੈ। ਮਤਲਬ ਬਟ ਉਹਨਾਂ ਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ, ਠੀਕ ਹੈ, ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਫੈਕਟ ਸੀ ਉਹ ਆਪਾਂ ਕਲੀਅਰ ਕਰ ਲਏ, ਠੀਕ ਹੈ। ਕੁਐਸਚਨ ਤੁਹਾਨੂੰ, ਕਿਉਂਕਿ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਾ ਹੋਵੇ, ਆਪਾਂ ਤੁਹਾਡਾ ਟਾਈਮ ਵੇਸਟ ਨਹੀਂ ਕਰਵਾਉਣਾ। ਥੋੜ੍ਹੇ ਟਾਈਮ ਦੇ ਵਿੱਚ ਤੁਹਾਨੂੰ ਵਧੀਆ ਕੰਟੈਂਟ ਦੇਣਾ, ਜ਼ਿਆਦਾ ਕੰਟੈਂਟ ਦੇਣਾ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਕਿਹੜੇ ਗੁਰੂ ਸਾਹਿਬਾਨ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ? ਵਿਚ ਗੁਰੂ ਸਾਹਿਬ ਇਜ਼ ਕਾਲਡ ਸ਼ਹੀਦਾਂ ਦੇ ਸਰਤਾਜ? ਗੁਰੂ ਤੇਗ ਬਹਾਦਰ ਜੀ,
ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜਾਂ ਸ਼੍ਰੀ ਗੁਰੂ ਹਰਗੋਬਿੰਦ ਜੀ। ਵੈਸੇ ਤਾਂ ਜੇ ਆਪਾਂ ਸੋਚਿਆ ਜਾਵੇ ਤਾਂ ਹਰ ਮਤਲਬ ਗੁਰੂ ਸਾਹਿਬਾਨ ਜਿੰਨੇ ਵੀ ਆਪਣੇ ਆਪਣੇ 10 ਗੁਰੂ ਸਾਹਿਬਾਨ ਹੋਏ ਨੇ, ਠੀਕ ਹੈ ਜੀ, 10 ਗੁਰੂ ਸਾਹਿਬਾਨ ਦੀ ਜਿਹੜੀ ਕੁਰਬਾਨੀ ਹੈ ਬਹੁਤ ਮਤਲਬ ਉਹਨਾਂ ਨੇ ਆਪਣੇ ਪਰਿਵਾਰ ਵਾਰੇ ਨੇ, ਠੀਕ ਹੈ ਜੀ, ਸਾਰੇ ਹੀ ਮਤਲਬ ਸ਼ਹੀਦਾਂ ਦੇ ਸਰਤਾਜ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ, ਠੀਕ ਹੈ ਜੀ, ਕਿਉਂਕਿ ਉਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਆਪਣੀ ਅੱਜ ਦੀ ਪਹਿਚਾਣ ਨੂੰ ਬਣਾਉਣ ਦੇ ਲਈ, ਠੀਕ ਹੈ। ਬਟ ਸ਼ਹੀਦਾਂ ਦੇ ਸਰਤਾਜ ਇਹਨਾਂ ਨੂੰ ਤਾਂ ਕਿਹਾ ਜਾਂਦਾ ਕਿਉਂਕਿ ਇਹਨਾਂ ਨੂੰ ਬਹੁਤ ਮਤਲਬ ਕੱਟੜ ਤਰੀਕੇ ਨਾਲ ਇਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਠੀਕ ਹੈ ਜੀ, ਗੁਰੂ ਅਰਜਨ ਦੇਵ ਜੀ, ਠੀਕ ਹੈ। ਤਾਂ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਇਹਨੂੰ ਚੰਗੀ ਤਰ੍ਹਾਂ ਅਟੈਂਪਟ ਕਰ ਲਿਓ। ਗੁਰੂ ਅਰਜਨ ਦੇਵ ਜੀ ਨੂੰ ਕੀ ਕਿਹਾ ਜਾਂਦਾ? ਸ਼ਹੀਦਾਂ ਦੇ ਸਰਤਾਜ, ਠੀਕ ਹੈ ਜੀ। ਤਾਂ ਇਹਦਾ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਕੁਐਸਚਨ ਹੈ, ਕਿਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ? ਹੂ ਅਸੈਸੀਨੇਟਡ ਗੁਰੂ ਅਰਜਨ ਦੇਵ ਜੀ? ਅਕਬਰ, ਜਹਾਂਗੀਰ, ਔਰੰਗਜ਼ੇਬ, ਸ਼ਾਹਜਹਾਂ? ਜੇਕਰ ਇਹ ਵੀਡੀਓ ਬਣਾਉਂਦੇ ਸਮੇਂ ਕੋਈ ਸ਼ਬਦ ਆਪਣੇ ਤੋਂ ਇੱਧਰ ਉੱਧਰ ਹੋ ਜਾਂਦਾ, ਠੀਕ ਹੈ, ਜਾਂ ਕੁਛ ਪ੍ਰੋਨਾਊਂਸਿੰਗ ਦੇ ਵਿੱਚ ਆਪਾਂ ਤੋਂ ਕੋਈ ਗਲਤ ਸ਼ਬਦ ਆਪਾਂ ਤੋਂ ਬੋਲਿਆ ਜਾਂਦਾ ਤਾਂ ਉਹਦੇ ਲਈ ਪਹਿਲਾਂ ਹੀ ਮਾਫੀ, ਠੀਕ ਹੈ ਜੀ, ਪਹਿਲਾਂ ਹੀ ਸੌਰੀ, ਕਿਉਂਕਿ ਇਹ ਬਹੁਤ ਸੈਂਸਿਟਿਵ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਟੌਪਿਕ ਹੁੰਦੇ ਨੇ, ਜਿਹੜੇ ਧਾਰਮਿਕ ਟੌਪਿਕ ਹੁੰਦੇ ਨੇ, ਠੀਕ ਹੈ ਜੀ, ਕਿਉਂਕਿ ਆਪਾਂ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ, ਠੀਕ ਹੈ, ਤਾਂ ਕਰਕੇ ਆਪਾਂ ਪੂਰੇ ਰਿਸਪੈਕਟ ਦੇ ਨਾਲ ਆਪਾਂ ਹਰ ਇੱਕ ਧਰਮ ਦੀ ਰਿਸਪੈਕਟ ਕਰਦੇ ਹਾਂ, ਬਿਲਕੁਲ। ਅਤੇ ਬਟ ਆਪਾਂ ਇਹ ਚੀਜ਼ ਦਾ ਵੀ ਧਿਆਨ ਰੱਖਣਾ ਹੁੰਦਾ ਕਿ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਇਹ ਚੀਜ਼ ਨੂੰ ਤੁਹਾਡੇ ਤੱਕ ਪਹੁੰਚਾਈਏ, ਠੀਕ ਹੈ ਜੀ। ਤਾਂ ਕਿਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ? ਅਕਬਰ, ਜਹਾਂਗੀਰ, ਔਰੰਗਜ਼ੇਬ, ਸ਼ਾਹਜਹਾਂ? ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਜਹਾਂਗੀਰ, ਠੀਕ ਹੈ ਜੀ। ਜਹਾਂਗੀਰ ਅਤੇ ਔਰੰਗਜ਼ੇਬ ਇਹ ਦੋ ਰਾਜੇ ਬਹੁਤ ਕੱਟੜ ਕਿਸਮ ਦੇ ਰਾਜੇ ਸੀਗੇ, ਠੀਕ ਹੈ ਜੀ। ਇਹਨਾਂ ਨੇ ਬਹੁਤ ਮਤਲਬ ਜ਼ੁਲਮ ਕੀਤਾ ਲੋਕਾਂ 'ਤੇ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ। ਬਟ ਤੁਸੀਂ ਨਾਲ ਇਹ ਵੀ ਯਾਦ ਰੱਖਣਾ ਕਿ ਕਦੋਂ ਕੀਤਾ ਗਿਆ? 1606 ਈਸਵੀ ਦੇ ਵਿੱਚ, 30 ਮਈ 1606 ਐਟ ਲਾਹੌਰ ਦੇ ਵਿੱਚ, ਠੀਕ ਹੈ, ਲਾਹੌਰ ਦੇ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਕੁਐਸਚਨ ਹੈ, ਆਦਿ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ? ਆਦਿ ਗ੍ਰੰਥ ਯਾਨੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਆਦਿ ਗ੍ਰੰਥ ਦੇ ਬਾਰੇ ਆਪਾਂ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਐਂਡ 'ਤੇ, ਜਦੋਂ ਆਪਣੇ 10 ਗੁਰੂ ਸਾਹਿਬਾਨ ਬਾਰੇ ਆਪਾਂ ਪੜ੍ਹ ਚੁੱਕੇ। ਉਸ ਤੋਂ ਬਾਅਦ ਮੈਂ ਇੱਕ ਸਪੈਸ਼ਲ ਵੀਡੀਓ, ਕਿਉਂਕਿ ਆਪਣੇ 11ਵੇਂ ਗੁਰੂ ਆਪਾਂ ਇਹਨਾਂ ਨੂੰ ਹੀ ਮੰਨਦੇ ਹਾਂ, ਠੀਕ ਹੈ, ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਜਾਂਦੇ ਇਹ ਗੱਲ ਕਹਿ ਕੇ ਗਏ ਸੀ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਠੀਕ ਹੈ ਜੀ। ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨਦੇ ਹਾਂ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਆਪਾਂ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਤੁਹਾਨੂੰ ਇਹਨਾਂ ਦੀ ਪੂਰੀ ਡਿਟੇਲ ਦੇ ਵਿੱਚ ਆਪਾਂ ਕਵਰ ਕਰਾਂਗੇ ਕਿ ਇਹਨਾਂ ਦੇ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਕਿੰਨੇ ਭੱਟਾਂ ਦੀ, ਕਿੰਨੇ ਸੰਤਾਂ ਦੀ, ਠੀਕ ਹੈ, ਕਿਹੜੇ ਕਿਹੜੇ ਰਾਗ ਨੇ, ਠੀਕ ਹੈ, ਕਿੱਥੋਂ ਸਟਾਰਟ ਹੁੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿੱਥੇ ਇਹਨਾਂ ਦਾ ਮਤਲਬ ਜਿਹੜੀ ਐਂਡ ਦੇ ਉੱਤੇ ਜਿਹੜੀ ਬਾਣੀ ਹੈ ਉਹ ਕਿਹੜੀ ਹੈ, ਠੀਕ ਹੈ ਜੀ। ਤਾਂ ਉਹ ਆਪਾਂ ਸਭ ਪੜ੍ਹਾਂਗੇ ਡਿਟੇਲ ਦੇ ਵਿੱਚ। ਤਾਂ ਆਦਿ ਗ੍ਰੰਥ ਦਾ ਸੰਕਲਨ ਆਪਾਂ ਪੜ੍ਹ ਕੇ ਗਏ ਹਾਂ, ਕਿਹਨਾਂ ਨੇ ਕੀਤਾ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ 1604 ਈਸਵੀ ਦੇ ਵਿੱਚ। ਤਾਂ 1604 ਦੇ ਵਿੱਚ ਇਹਨਾਂ ਦੇ ਵਿੱਚ ਮੈਂ ਨੀਚੇ ਮੈਂਸ਼ਨ ਕੀਤਾ ਹੋਇਆ ਕਿ ਬਾਣੀ ਆਫ ਫਸਟ 5 ਐਂਡ 9th ਗੁਰੂ, ਠੀਕ ਹੈ, ਪਹਿਲੇ 5 ਗੁਰੂ ਅਤੇ 9ਵੇਂ ਗੁਰੂ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਤੇ ਬਹੁਤ ਸਾਰੇ ਸੂਫੀ ਸੰਤਾਂ ਭੱਟਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ, ਉਹ ਆਪਾਂ ਅੱਗੇ ਡਿਟੇਲ ਦੇ ਵਿੱਚ ਕਰਾਂਗੇ। ਅਗਲਾ ਜਿਹੜਾ ਕੁਐਸਚਨ ਹੈ, ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਨੇ ਕੀਤਾ? ਹੂ ਕੰਸਟਰਕਟਡ ਹਰਿਮੰਦਰ ਸਾਹਿਬ? ਤਾਂ ਇਹਦਾ ਵੀ ਆਨਸਰ ਤੁਹਾਨੂੰ ਪਤਾ ਹੀ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ। ਤਾਂ ਇਹ ਪੁੱਛਿਆ ਜਾ ਸਕਦਾ ਤੁਹਾਨੂੰ। ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਆਪਣੇ ਕੁਐਸਚਨ ਹੁੰਦੇ ਨੇ ਉਹ ਸਲਾਈਡ ਤੋਂ ਵੱਖਰੇ ਹੁੰਦੇ ਨੇ। ਸਲਾਈਡ ਦੇ ਵਿੱਚ ਆਪਾਂ ਸਾਰੇ ਫੈਕਟ ਕਲੀਅਰ ਕਰਦੇ ਹਾਂ, ਠੀਕ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ, ਬਟ ਕੁਐਸਚਨ ਦੀ ਫਾਰਮ ਦੇ ਵਿੱਚ ਵੀ ਆਪਾਂ ਬਹੁਤ ਕੁਛ ਅਲੱਗ ਕਵਰ ਕਰਦੇ ਹਾਂ। ਤਾਂ 1588 ਦੇ ਵਿੱਚ ਇਹ ਸਟਾਰਟ ਹੋਇਆ ਅਤੇ 1601 ਦੇ ਵਿੱਚ ਜਿਹੜਾ ਉਹ ਨਿਰਮਾਣ ਪੂਰਾ ਹੋ ਗਿਆ ਸੀ। ਇਹ ਜਿਹੜਾ ਕੁਐਸਚਨ ਹੈ ਪੰਜਵਾਂ, ਦਸਵੰਧ ਪ੍ਰਥਾ ਕਿਸ ਨੇ ਚਲਾਈ? ਹੂ ਸਟਾਰਟਡ ਦਸਵੰਧ ਸਿਸਟਮ, ਠੀਕ ਹੈ ਜੀ। ਮਸੰਦ ਸਿਸਟਮ ਚਲਾਇਆ ਸੀ ਆਪਣੇ ਸ਼੍ਰੀ ਗੁਰੂ ਰਾਮਦਾਸ ਜੀ ਨੇ। ਬਟ ਦਸਵੰਧ ਇਹਦੇ ਪਿੱਛੇ ਮੈਂ ਤੁਹਾਨੂੰ ਕਾਰਨ ਵੀ ਦੱਸ ਚੁੱਕਿਆ ਪਹਿਲਾਂ ਕਿ ਗੁਰੂ ਘਰ ਦੀ ਕਾਰ ਸੇਵਾ ਦਸਵੰਧ ਪ੍ਰਥਾ ਜਿਹੜੀ ਚਲਾਈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਚਲਾਈ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਜਿਹੜਾ ਆਨਸਰ ਆਊਗਾ ਸ਼੍ਰੀ ਗੁਰੂ ਅਰਜਨ ਦੇਵ ਜੀ। ਅਗਲਾ ਜਿਹੜਾ ਕੁਐਸਚਨ ਹੈ, ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕੌਣ ਸੀ?
ਹੂ ਵਾਜ਼ ਦੀ ਫਸਟ ਗ੍ਰੰਥੀ ਆਫ ਹਰਿਮੰਦਰ ਸਾਹਿਬ। ਇਹ ਕੁਐਸਚਨ ਅਕਸਰ ਪੁੱਛਿਆ ਜਾਂਦਾ ਹੈ, ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਬਹੁਤ ਵਾਰ ਕੁਐਸਚਨ ਇਹ ਪੁੱਛਿਆ ਗਿਆ। ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 4 ਬਾਬਾ ਬੁੱਢਾ ਜੀ, ਠੀਕ ਹੈ ਜੀ। ਤਾਂ ਬਾਬਾ ਬੁੱਢਾ ਜੀ ਇਹਦੇ ਪਹਿਲੇ ਗ੍ਰੰਥੀ ਸੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਇੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਸੂਫੀ ਸੰਤ ਮੀਆਂ ਮੀਰ ਅਤੇ ਬਾਬਾ ਬੁੱਢਾ ਜੀ, ਠੀਕ ਹੈ। ਬਾਈ ਚਾਂਸ ਕਈ ਵਾਰੀ ਕੁਐਸਚਨ ਟਿਕ ਲਾ ਜਾਂਦੇ ਨੇ ਐਗਜ਼ਾਮ ਪ੍ਰੈਸ਼ਰ ਦੇ ਕਾਰਨ, ਬਟ ਇਹਦਾ ਆਨਸਰ ਆਊਗਾ ਆਨਸਰ ਨੰਬਰ 4 ਬਾਬਾ ਬੁੱਢਾ ਜੀ। ਅਗਲਾ ਜਿਹੜਾ ਕੁਐਸਚਨ ਹੈ, ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ? ਹੂ ਲੇਡ ਦੀ ਫਾਊਂਡੇਸ਼ਨ ਸਟੋਨ ਆਫ ਹਰਿਮੰਦਰ ਸਾਹਿਬ? ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਜੀ, ਸੂਫੀ ਸੰਤ ਮੀਆਂ ਮੀਰ, ਬਾਬਾ ਬੁੱਢਾ ਜੀ। ਤਾਂ ਹਰਿਮੰਦਰ ਸਾਹਿਬ ਦੀ ਨੀਂਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ, ਸੂਫੀ ਸੰਤ ਮੀਆਂ ਮੀਰ ਦੁਆਰਾ, ਜੋ ਕਿ ਇੱਕ ਮੁਸਲਿਮ ਸੀਗੇ, ਠੀਕ ਹੈ ਜੀ, ਇਹਨਾਂ ਦੁਆਰਾ ਰੱਖੀ ਗਈ। ਤਾਂ ਨੀਚੇ ਮੈਂ ਮੈਂਸ਼ਨ ਕੀਤਾ ਪੁਆਇੰਟ ਫਰੋਮ ਲਾਹੌਰ, ਕਿ ਇੱਕ ਨਾ ਇਹ ਕੁਐਸਚਨ ਆਇਆ ਹੋਇਆ ਹੈ, ਮੈਂ ਦੇਖਿਆ ਕਿਸੇ ਪੇਪਰ ਦੇ ਵਿੱਚ ਇਹ ਕੁਐਸਚਨ, ਕਿ ਇਹ ਪੁੱਛਿਆ ਗਿਆ ਕਿ ਸੂਫੀ ਸੰਤ ਮੀਆਂ ਮੀਰ ਜੀ ਇਹ ਕਿੱਥੋਂ ਬਿਲੋਂਗ ਕਰਦੇ ਸੀ? ਤਾਂ ਇਹ ਲਾਹੌਰ ਤੋਂ ਬਿਲੋਂਗ ਕਰਦੇ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਇਹ ਕਈ ਵਾਰੀ ਬਾਈ ਚਾਂਸ ਕੁਐਸਚਨ ਡੀਪਲੀ ਪੁੱਛ ਲੈਂਦੇ ਨੇ, ਤਾਂ ਲਾਹੌਰ ਤੋਂ ਬਿਲੋਂਗ ਕਰਦੇ ਸੀ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਤਰਨ ਤਾਰਨ ਸ਼ਹਿਰ ਕਿਸ ਨੇ ਸਥਾਪਿਤ ਕੀਤਾ? ਹੂ ਇਸਟੈਬਲਿਸ਼ਡ ਦੀ ਸਿਟੀ ਤਰਨ ਤਾਰਨ? ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ, ਕਿਹੜਾ ਸ਼ਹਿਰ ਕਿਹੜੇ ਗੁਰੂ ਸਾਹਿਬਾਨ ਨੇ ਸਥਾਪਿਤ ਕੀਤਾ? ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਗੁਰੂ ਅਰਜਨ ਦੇਵ ਜੀ, ਠੀਕ ਹੈ ਜੀ। ਗੁਰੂ ਅਰਜਨ ਦੇਵ ਜੀ ਦੁਆਰਾ ਸਥਾਪਿਤ ਕੀਤਾ ਗਿਆ ਸ਼ਹਿਰ ਹੈ ਤਰਨ ਤਾਰਨ। ਤਾਂ ਇੱਕ ਤੁਹਾਨੂੰ ਜਿਹੜਾ ਇਹਦੇ ਵਿੱਚੋਂ ਕੁਐਸਚਨ ਆਉਂਦਾ ਹੁੰਦਾ ਵਰਲਡ ਬਿਗੈਸਟ ਸਰੋਵਰ, ਠੀਕ, ਉਹ ਕਿੱਥੇ ਹੈ? ਉਹ ਤਰਨ ਤਾਰਨ ਸਾਹਿਬ ਦੇ ਵਿੱਚ, ਠੀਕ ਹੈ ਜੀ। ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ। ਅਗਲਾ ਜਿਹੜਾ ਕੁਐਸਚਨ ਹੈ, ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕਿਹੜੇ ਸਰੋਵਰ ਦੇ ਕਿਨਾਰੇ ਕੀਤੀ? ਇਹ ਡੀਪਲੀ ਕੁਐਸਚਨ ਹੈ, ਪੁੱਛਿਆ ਜਾ ਸਕਦਾ ਤੁਹਾਨੂੰ, ਠੀਕ ਹੈ ਜੀ, ਜੇ ਪੇਪਰ ਦਾ ਲੈਵਲ ਮੋਡਰੇਟ ਆਉਂਦਾ ਤਾਂ ਤੁਸੀਂ ਸੇਫ ਰਹਿਣਾ, ਠੀਕ ਹੈ ਜੀ। ਹਰ ਇੱਕ ਟਾਈਪ ਦਾ ਕੁਐਸਚਨ ਤੁਹਾਨੂੰ ਆਉਣਾ ਚਾਹੀਦਾ। ਤਾਂ ਜਿੰਨੇ ਵੀ ਪੁਆਇੰਟ ਗੁਰੂ ਅਰਜਨ ਦੇਵ ਜੀ ਨਾਲ ਰਿਲੇਟਡ ਸੀ ਉਹ ਮੈਂ ਤੁਹਾਨੂੰ ਸਾਰੇ ਕਵਰ ਕਰਵਾ ਦਿੱਤੇ ਨੇ, ਠੀਕ ਹੈ ਜੀ। ਤਾਂ ਇਸ ਤੋਂ ਬਾਹਰ ਤੁਹਾਨੂੰ ਕੁਐਸਚਨ ਨਹੀਂ ਆਊਗਾ, ਜੇ ਆਊਗਾ ਤਾਂ ਆਪਣੇ ਸੈਸ਼ਨ ਦੇ ਵਿੱਚੋਂ ਹੀ ਤੁਹਾਨੂੰ ਪੁੱਛਿਆ ਜਾਊਗਾ, ਠੀਕ ਹੈ ਜੀ। ਤਾਂ ਕਿਹੜੇ ਸਰੋਵਰ ਦੇ ਕਿਨਾਰੇ ਬੈਠ ਕੇ ਇਹਨਾਂ ਨੇ ਸੁਖਮਣੀ ਸਾਹਿਬ ਦੀ ਰਚਨਾ ਕੀਤੀ ਸੀ? ਅਤੇ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਠੀਕ ਹੈ ਜੀ। ਰਾਮਸਰ ਸਰੋਵਰ ਸੀਗਾ ਉਹ, ਰਾਮਸਰ ਸਰੋਵਰ ਦੇ ਕਿਨਾਰੇ ਦਾ ਆਨਸਰ ਨੰਬਰ 2 ਆਊਗਾ। ਤਾਂ ਨੀਚੇ ਮੈਂ ਮੈਂਸ਼ਨ ਕੀਤਾ ਆਲਸੋ ਕੰਪਾਈਲਡ ਆਦਿ ਗ੍ਰੰਥ। ਤਾਂ ਜਿਹੜੇ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ਉਹ ਵੀ ਇਹਨਾਂ ਨੇ ਮਤਲਬ ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕੇ ਕੀਤੀ ਸੀ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਜ ਦੇ ਸੈਸ਼ਨ ਦਾ ਜਿਹੜਾ ਲਾਸਟ ਕੁਐਸਚਨ ਹੈ, ਗੁਰੂ ਅਰਜਨ ਦੇਵ ਜੀ ਉਚਾਰਨ ਕਰ ਰਹੇ ਸਨ ਅਤੇ ਆਦਿ ਗ੍ਰੰਥ ਨੂੰ ਕੌਣ ਲਿਖ ਰਿਹਾ ਸੀ? ਗੁਰੂ ਅਰਜਨ ਦੇਵ ਜੀ ਡਿਕਟੇਟ ਐਂਡ ਹੂ ਰੋਟ ਆਦਿ ਗ੍ਰੰਥ, ਠੀਕ ਹੈ। ਇਹ ਵੀ ਤੁਹਾਨੂੰ ਡੀਪਲੀ ਕੁਐਸਚਨ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਤਾਂ ਤੁਸੀਂ ਸੇਫ ਰਹਿਣਾ, ਹਰ ਇੱਕ ਪੁਆਇੰਟ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਇਹੋ ਜਿਹੇ ਕੁਐਸਚਨ ਆਉਂਦੇ ਨੇ ਤਾਂ ਤੁਹਾਨੂੰ ਇਹ ਵੀ ਅਟੈਂਪਟ ਕਰਨੇ ਆਉਣੇ ਚਾਹੀਦੇ ਨੇ, ਠੀਕ ਹੈ ਜੀ। ਤਾਂ ਗੁਰੂ ਤੇਗ ਬਹਾਦਰ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਜਾਂ ਗੁਰੂ ਹਰਗੋਬਿੰਦ ਜੀ? ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਆਊਗਾ, ਭਾਈ ਗੁਰਦਾਸ ਜੀ ਲਿਖ ਰਹੇ ਸੀ, ਠੀਕ ਹੈ ਜੀ। ਤਾਂ ਇਹ ਮਤਲਬ ਜਿਹੜੇ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਉਚਾਰਨ ਕਰ ਰਹੇ ਸੀ, ਠੀਕ ਹੈ ਜੀ, ਤਾਂ ਡਿਕਟੇਟ ਕਰ ਰਹੇ ਸੀ। ਤਾਂ ਇਹ ਆਪਣੇ 10 ਕੁਐਸਚਨ ਆ ਜਿਹੜੇ ਉਹ ਪੂਰੇ ਹੋ ਗਏ, ਠੀਕ ਹੈ ਜੀ। ਤਾਂ ਕੁਐਸਚਨ ਮੈਂ ਜ਼ਿਆਦਾ ਵੀ ਬਣਾ ਸਕਦਾ ਸੀ, ਬਟ ਉਹਦਾ ਕੋਈ ਫਾਇਦਾ ਨਹੀਂ, ਫਾਲਤੂ ਕੰਟੈਂਟ ਤੁਹਾਡਾ ਟਾਈਮ ਵੇਸਟ ਕਰਵਾਉਣ ਦਾ, ਠੀਕ ਹੈ ਜੀ। ਤਾਂ ਇਹ ਸਾਰੇ ਕੁਐਸਚਨ ਤੁਸੀਂ ਸਾਰੀ ਵੀਡੀਓ ਨੂੰ ਦੁਬਾਰਾ ਇੱਕ ਵਾਰ ਰਿਵਾਈਜ਼ ਜ਼ਰੂਰ ਕਰਿਓ, ਠੀਕ ਹੈ, ਜਿਹਦੇ ਨਾਲ ਤੁਹਾਡੇ ਵਧੀਆ ਤਰੀਕੇ ਨਾਲ ਯਾਦ ਹੋ ਸਕਣ। ਨੋਟਸ ਆਪਣੇ ਖੁਦ ਬਣਾਓ, ਠੀਕ ਹੈ ਜੀ। ਜੇ ਵੀਡੀਓ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਲਾਈਕ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।